ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਜਿਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਬੇਸ਼ੁਮਾਰ। ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਜੁਗ ਜੁਗ ਅਟਲ ਸ਼ਾਹੀ ਸ਼ਹਿਨਸ਼ਾਹ ਸ਼ਬਦ ਗੁਰੂ ਸ਼ਬਦਾ ਅਵਤਾਰ। ਸਾਖਿਅਤ ਜੋਤ ਧਰਮ ਗ੍ਰੰਥਾਂ ਦੇ ਸੁਆਮੀ, ਹਾਲਤ ਪਲਕ ਦੇ ਰੱਖਿਅਕ, ਸ਼ਤਰ ਚਵਰ ਤਖਤ ਦੇ ਮਾਲਕ, ਦੀਨਾ ਬੰਧੂ ਭਗਤ ਵਚਨ ਪਤਿਤ ਪਾਵਨ ਕਿਰਪਾ ਨਿਧਾਨ। ਰੱਬੀ ਨੂਰ ਅਲਾਹੀ ਜੋਤ, ਅੰਮ੍ਰਿਤ ਦੇ ਸੋਮੇ ਗਿਆਨ ਦੇ ਸਾਗਰ, ਸੁਖਾਂ ਦੇ ਦਾਤੇ, ਸਾਰੀ ਖਲਕਤ ਦੇ ਸਾਂਝੇ ਗੁਰੂ ਸਾਂਝੇ ਰਹਿਬਰ, ਜਗਤ ਮਾਲਕ ਜਗਤ ਪਾਲਕ ਜਗਤ ਰੱਖਿਅਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸਮਾਇਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਗੁਰੂ ਗੋਦ ਵਿੱਚ ਸਹਿਜ ਬੈਠੇ ਸਤਸੰਗੀ ਜਨੋ, ਆਓ ਸਾਹਿਬਾਨ ਦੇ ਪਾਕ ਇਤਿਹਾਸ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਤਿਗੁਰਾਂ ਪ੍ਰਤੀ ਆਪਣੀ ਸ਼ਰਧਾ ਭਾਵਨਾ ਨੂੰ ਪ੍ਰਗਟ ਕਰਦਿਆਂ ਹੋਇਆਂ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਦਿਆਂ ਆਪਣੀ ਮਨ ਬਿਰਤੀ ਨੂੰ ਅਸੀਂ ਉਸ ਦਿੱਲੀ ਦੀ ਚਾਂਦਨੀ ਚੌਂਕ ਵਿੱਚ ਟਿਕਾਈਏ, ਜਿੱਥੇ ਸਤਿਗੁਰਾਂ ਦੀ ਸ਼ਹੀਦੀ ਤੋਂ ਇੱਕ ਦਿਨ ਪਹਿਲੋਂ ਉਹਨਾਂ ਦੇ ਸ਼ਹੀਦਾਂ ਦਾ ਖੂਨ ਡੁੱਲਦਾ ਹੈ। 3 ਸਿੱਖ ਸ਼ਹੀਦ ਕੀਤੇ ਜਾਂਦੇ ਹਨ। ਅੱਜ ਸਤਿਗੁਰਾਂ ਦੇ ਅੱਜ ਦੇ ਦਿਨ ਸਤਿਗੁਰਾਂ ਦੇ ਤਨ ਦੇ ਖੂਨ ਦੇ ਕਤਰੇ ਸਿੱਖੀ ਦੇ ਸਰੀਰ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਸ ਧਰਤੀ ਤੇ ਡੁੱਲਦੇ ਨੇ। ਸੋ ਉਸ ਸਥਾਨ ਦਾ ਧਿਆਨ ਕਰਦਿਆਂ ਹੋਇਆਂ ਸਤਿਗੁਰਾਂ ਪ੍ਰਤੀ ਆਪਣੀ ਪੂਰੀ ਸ਼ਰਧਾ ਭਾਵਨਾ ਪ੍ਰਗਟ ਕਰਦਿਆਂ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਪਣੇ ਬੋਲ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬੜੋ ਕਰੂ ਮੈਂ ਸਾਕਾ। ਸਾਧਨ ਹੇਤ ਇਤੀ ਜਨ ਕਰੀ, ਸ਼ੀਸ਼ ਦਿਆ ਪਰ ਸੀ ਨਾ ਉਚਰੀ। ਠੀਕਰ ਫੋਰ ਤਲੀਸ ਸਿਰ ਪ੍ਰਭੁਰ ਕੀਆ ਬਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਭਇਓ ਜੈ 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 ਸੁਰਲੋਕ। ਸਮਾਂ ਕਲਯੁਗ ਦੀ ਭਿਆਨਕਤਾ ਦੇ ਨਾਲ ਤਬਦੀਲ ਹੋ ਰਿਹਾ। ਅੱਜ ਦੇ ਦਿਨ ਸਤਿਗੁਰਾਂ ਦੀ ਸ਼ਹੀਦੀ ਸੀ ਤੇ ਸ਼ਹੀਦੀ ਦੇ ਸਮੇਂ ਜਦੋਂ ਸਤਿਗੁਰਾਂ ਦਾ ਸੀਸ ਧੜ ਤੋਂ ਅਲੱਗ ਹੁੰਦਾ ਹੈ, ਉਸ ਸਮੇਂ ਇਤਿਹਾਸ ਕਹਿੰਦਾ ਕਿ ਬੜਾ ਜ਼ਿਆਦਾ ਹਨੇਰੀ ਝੱਖੜ ਆਉਂਦਾ। ਇਸ ਤਰ੍ਹਾਂ ਲੱਗਦਾ ਹੈ ਕਿ ਉਸ ਝੱਖੜ ਨੇ ਦਿੱਲੀ ਦੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਹੋਵੇ। ਦਿੱਲੀ ਦੀ ਧਰਤੀ ਕੰਬ ਰਹੀ ਸੀ, ਡਾਵਾਂਡੋਲ ਸੀ। ਧਰਤੀ ਤੋਂ ਆਕਾਸ਼ ਤੱਕ ਇਸ ਕੰਬਣੀ ਹੁੰਦੀ ਛਣਛਣਾਟ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ। ਪਰ ਜਦੋਂ ਅਸੀਂ ਅੱਜ ਤੋਂ 50 ਸਾਲ ਪਹਿਲੋਂ ਝਾਤੀ ਮਾਰਾਂਗੇ, ਬਜ਼ੁਰਗ ਲੋਕ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜਦੋਂ ਕਿਸੇ ਸਿਆਣੇ ਪੁਰਸ਼ ਚੰਗਾ ਜਿਹੜਾ ਨੇਕ ਇਨਸਾਨ ਸੀ ਉਹਦੀ ਮੌਤ ਹੁੰਦੀ ਆਪਣੇ ਸਮੇਂ ਤੋਂ ਪਹਿਲੋਂ, ਬਜ਼ੁਰਗ ਉਮਰਾਂ ਉਹ ਨਹੀਂ ਭੋਗ ਰਿਹਾ, ਉਸ ਤੋਂ ਪਹਿਲੋਂ ਕਿਤੇ ਉਹਦੀ ਮੌਤ ਹੋ ਗਈ ਤਾਂ ਵੀ ਝੱਖੜ ਹੁੰਦਾ ਸੀ, ਤਾਂ ਵੀ ਨਹੀਂ ਪੈਂਦਾ ਸੀ। ਇਹੋ ਜਿਹਾ ਮਾਹੌਲ ਧਰਤੀ ਤੇ ਸੁਤੇਸ਼ਿਤ ਬਣਿਆ ਹੋਇਆ ਸੀ। ਪਰ ਇੱਥੇ ਸਮੇਂ ਦਾ ਹਾਕਮ ਜਿਹੜਾ ਹੈ ਬੜਾ ਜ਼ਾਲਮ ਹੈ। ਉਹਦੇ ਜ਼ਬਰ ਤੇ ਜ਼ੁਲਮ ਦੀ ਇੰਨੀ ਸਾਰੇ ਪਾਸੇ ਲੋਕਾਂ ਦੇ ਵਿੱਚ ਸ਼ਰਮ ਹੈ, ਡਰ ਹੈ, ਪਰ ਉਹਨੇ ਇੱਕ ਦੂਜੇ ਉੱਤੇ ਭੜਕਾਟ ਦੇ ਨਾਲ ਆਪਣਾ ਇੰਨਾ ਦਬਦਬਾ ਬਣਾ ਲਿਆ
कि वो धरती की सारी दिख दे विच विशेष तौर पर भारतवर्ष जिन्होंने सोने की चिड़िया कह के बयान किया जाता सी, इनू जिथे ठगण का मनसूबा है, जिथे काम बढ़ाने का मनसूबा है, उत्थे उहदी इच्छा है कि सारे लोग मेरे कई अनुसार मुसलमानी फिरके दे विच होण। अपनी इस इच्छा की पूर्ति वास्ते वो सारी दुनिया के लोगों के उत्ते जुल्म ढा गया। दिल्ली के तख्त ते बैठ के भारत के हर कोने ते बैठे हिंदुओं को सताया जा रहा है। उन्होंने जबरदस्त जंतु लाए जा रहे ने, मुसलमान बनाया जा रहा है। तो उसकी व्योमबंदी तहत जो वह मनसूबा पूरा नहीं होता, वो अपने पढ़े लिखे चाकरां दे नाल, कादियां दे नाल, मुलाणियां दे नाल मशवरा करता है। उस मशवरे तहत एक थां निश्चित की जाती है कि सारियां तो पहलों जिहड़ा मुसलमान बनाने का कदम है वो कश्मीरी लोगों में चुकिया जाए। कश्मीरी पंडित जिहड़े ने वो इस हिंदू कौम के विद्वान हैं ते लोगों को विद्या देंदे ने। हालांकि ये मुसलमान बनाने तो पहलों भी इन्होंने समय समय ते अपने तरीके अनुसार हिंदुओं के मंदिर ढाने, उन्होंने नौकरियां तो कढ़ना, मुसलमानों को नौकरी फिरकियां ते रखना, ये लंबे समय तो इनकी कवायद चल चुकी सी। जुलमी इन्हें बादशाह भी जिहड़ा अपने तख्त ते बहन वास्ते अपने भरावां दा कतलेआम करता है, अपनी मां का कतलेआम करता है, जिथे अपने पिता नूं कैद करता है, जिस खिड़की चों पिता तकदा है वो अपनी जिंदगी के पल कढ़दा है। खाण पीण दी उहनूं कुछ नहीं दिता जाता, वो जमुना के नज़ारियां दा दृश्य वेख वेख के जिंदा है। इनू पता लगता उस खिड़की नूं ही बंद करवा दिता जाता है। वड्डे वड्डे मुसलमान फिरके दे आला फकीर धर्मी लोग जिहड़े ने, पीर जिहड़े ने, उन्हां दा भी इन्हें कतलेआम कीता। जिहड़ा भी इहदे खिलाफ बोलदा है वो ਉਹਦਾ कतलेआम करके साह लैंदा जां ਉਹਨੂੰ देश निकाला दे दिंदा, अपने देश ਤੋਂ दूर कर दिंदा। अपने भरावां दे कतल दे नाल भी ਇਹਦਾ मन ठंडा नहीं ਹੁੰਦਾ। ਜਦੋਂ ਇਹਦਾ अपना पुत्र 36 सालां ਦੀ उम्र ਵਿੱਚ ਹੁੰਦਾ ਹੈ, ਇਹਨੂੰ ਲੱਗਦਾ ਉਹਨੇ ਇੱਕ ਵਾਰੀ सिर्फ अपने पिता ਨੂੰ ਇਹ ਗੱਲ ਆਖੀ ਕਿ पिता जी ਸਾਡੇ ਰਾਜ ਭਾਗ ਦੇ ਵਿੱਚ ਜਿਹੜਾ ਤੌਰ ਤਰੀਕਾ ਚੰਗਾ ਨਹੀਂ ਵਰਤਿਆ ਜਾ ਸਕਦਾ कि तुसीं कन्नां दे कच्चे लोगों के दस्से अनुसार अपने राज भाग नूं चलाने की कोशिश कर रहे। इहदे मन में ख्याल आ गया कि यह तो मेरे पुत्र का राज भाग वाल ध्यान है कि 36 साल की आयु हो चुकी है कि किते ये अपना राज भाग से दावा करना शुरू ना कर दे। इन्हें अपने पुत्र का भी कतलेआम किया है। अपनी धी जिहदा नाम इतिहास ने शायदा बयान किया है, ਉਹਦਾ भी ये कतलेआम करता है। जिन्हें भी थोड़ा बहुता इहदे खिलाफ बोलिया ਉਹਦੀ आवाज़ ਨੂੰ ਜਾਂਦੇ ने देश निकाला दे के बंद किया, जां दबदबा बना के बंद किया, ते जां फिर ਉਹਦਾ कतलेआम करके बंद किया। इदां कातल होने के बावजूद भी ये अपने आप को वड्डे पीरां च गिणदा है ते धर्मी मनदा है। हुण जदों काजियां बुलाणियां ने इहदे एहलकार साथी मंत्रियों ने इनू ये मशवरा दिता कि अपनी निगाह कश्मीरी पंडितां ते होवे। वो दूर दूर तक जाते हैं, हिंदू मंदिरों में बह के जां पाठशालावां में बह के हिंदू बच्चों को पढ़ाया जाता है। पढ़ लिख के उन्होंने इस काबिल किया जाता है कि वो साडे बारे, अपने देश बारे, अपनी रक्षा बारे पूर्ण तौर पर जानकारी देते हैं। ਹੁਣ ਜੇ ਇਹ ਪੜ੍ਹਾਉਣ ਵਾਲੇ ਨਾ ਰਹਿਣਗੇ, ਜੇ ਇਹਨਾਂ ਨੂੰ ਪਹਿਲੋਂ ਆਪਾਂ ਇਸ ਫਿਰਕੇ ਵਿੱਚ ਲਿਆਵਾਂਗੇ ਤੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਬੜਾ ਸੌਖਾ ਹੋ ਜਾਏਗਾ। ਬਾਕੀ ਲੋਕਾਂ ਨੂੰ ਅਨਪੜ੍ਹ ਪੜ੍ਹੀ ਲਿਖੀ ਜਨਤਾ ਜਦੋਂ ਮੁਸਲਮਾਨੀ ਫਿਰਕੇ ਚ ਆ ਜਾਏਗੀ ਤੇ ਅਨਪੜ੍ਹ ਲੋਕ ਜਿਹੜੇ ਨੇ ਉਹ ਆਪਣੇ ਆਪ ਇਸ ਦੀਨ ਨੂੰ ਕਬੂਲ ਕਰ ਲੈਣਗੇ ਡਰ ਦੇ ਵਿੱਚ। ਬਹੁਤ ਸਾਰੇ ਲੋਕ ਪਹਿਲਾਂ ਤੋਂ ਇਹਦੇ ਧਰਮ ਨੂੰ ਕਬੂਲ ਕਰ ਚੁੱਕੇ ਹਨ। ਕਾਰਨ कि उन्होंने टैक्स जिहड़े ने मुसलमानों का घटाया जाता है, हिंदू लोगों का टैक्स बढ़ा दिता जाता है, उन्होंने वसूली दोगुनी कर दी जाती है, उन्होंने वधिया नौकरियां तो कढ़ दिता जाता है। इतों तक भी वो अपने रोटी टुक तो मजबूर होकर भी ये दीने इलाही को कबूल करते हैं।
ਹੁਣ ਜਦੋਂ ਕਸ਼ਮੀਰੀ ਪੰਡਤਾਂ ਦੀ ਵਾਰੀ ਆਈ, ਕਸ਼ਮੀਰੀ ਪੰਡਤਾਂ ਨੂੰ 2 ਟੋਕ ਉਥੋਂ ਦੇ ਨਵਾਬਾਂ ਨੂੰ ਹੁਕਮ ਕੀਤਾ ਗਿਆ ਵੀ ਜਾਂ ਤੋਂ ਇਸ ਦੀਨ ਨੂੰ ਕਬੂਲ ਕਰਨ ਤੇ ਜਾਂ ਮਰਨ ਵਾਸਤੇ ਤਿਆਰ ਹੋ ਜਾਣ। ਉਹਨਾਂ ਕੋਲ ਹੋਰ ਕੋਈ ਹਿੱਲਾ ਨਹੀਂ। ਇਸ ਸਮੇਂ ਦੇ ਹਾਕਮ ਦਾ, ਬਾਦਸ਼ਾਹ ਦਾ ਪ੍ਰਵਾਨ ਹੈ, ਮੈਂ ਇਹਦੇ ਵਿੱਚ ਕੁਝ ਵੀ ਨਹੀਂ ਕਰ ਸਕਦਾ। ਇਹਨਾਂ ਨੇ ਆਪਣੇ ਧਰਮ ਦੇ ਕਰਮਾਂ ਦੇ ਤਹਿਤ ਆਪਣੇ ਧਾਰਮਿਕ ਪੈਗੰਬਰਾਂ ਦੀ ਪੂਜਾ ਕਰਕੇ, ਅਵਤਾਰਾਂ ਦੀ ਪੂਜਾ ਕਰਕੇ ਉਹਨਾਂ ਨੂੰ ਰਿਝਾਉਣ ਦਾ, ਬਣਾਉਣ ਦਾ ਯਤਨ ਕੀਤਾ। ਬ੍ਰਾਹਮਣ ਲੋਕ ਇਕੱਤਰ ਹੋ ਕੇ ਅਮਰਨਾਥ ਦੇ ਮੰਦਰ ਦੇ ਵਿੱਚ ਸ਼ਿਵ ਜੀ ਦੇ ਤੀਜਾਂ ਦੇ ਅੰਦਰ ਖੋਲ੍ਹਣ ਵਾਸਤੇ ਪ੍ਰਾਰਥਨਾ ਕਰਦੇ ਨੇ ਕਿ ਸਾਡੇ ਤੇ ਬੜੀ ਭਾਰੀ ਬਣੀ ਹੈ, ਸਾਡੇ ਤੇ ਰਹਿਮ ਕੀਤਾ ਜਾਏ, ਸਾਡੀ ਇੱਜ਼ਤ ਨੂੰ, ਸਾਡੀ ਪੱਤ ਨੂੰ ਬਚਾਇਆ ਜਾਏ, ਕਿ ਸਾਡੇ ਇਸ ਤਿਲਕ ਜੰਜ ਨੂੰ ਖਤਰਾ ਹੈ। ਪਰ ਉੱਥੇ ਕੋਈ ਪੁਕਾਰਾਂ ਨਹੀਂ ਸੁਣੀਆਂ ਜਾਂਦੀਆਂ। ਇਹਨਾਂ ਦੇ ਧਰਮ ਦੇ ਕਰਮਾਂ ਦੇ ਨਾਲ ਜਦੋਂ ਕੋਈ ਗੱਲ ਨਹੀਂ ਬਣਦੀ ਤੇ ਇਤਿਹਾਸ ਦੇ ਨਾਮ ਬਿਆਨ ਕੀਤਾ ਹੈ ਪੰਡਿਤ ਕਿਰਪਾ ਰਾਮ ਦਾ। ਪੰਡਿਤ ਕਿਰਪਾ ਰਾਮ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਰਹਿ ਕੇ ਸਾਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੰਸਕ੍ਰਿਤ ਦੀ ਵਿਦਿਆ ਦਿੰਦਾ ਰਿਹਾ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਪੂਰਨ ਤੌਰ ਤੇ ਜਾਣਦਾ ਹੈ। ਜਦੋਂ ਇਹਨੂੰ ਪਤਾ ਲੱਗਾ ਕਿ ਸਾਡਾ ਹੋਰ ਕੋਈ ਹਿੱਲਾ ਸਫਲ ਨਹੀਂ ਹੋਣਾ, ਤੇ ਇਤਿਹਾਸ ਕਹਿੰਦਾ ਹੈ ਕਿ ਇਹਨੂੰ ਇੱਕ ਸੁਪਨਾ ਵੀ ਆਇਆ ਉੱਥੇ ਪ੍ਰਾਰਥਨਾ ਕਰਦਿਆਂ ਅਮਰਨਾਥ ਦੇ ਮੰਦਰ ਦੇ ਵਿੱਚ ਵੀ ਤੁਹਾਡੀ ਜੇ ਸੁਣਵਾਈ ਹੋ ਸਕਦੀ ਹੈ ਤੇ ਉਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਉਹ ਤੁਹਾਨੂੰ ਪਹੁੰਚਾ ਸਕਦੇ ਨੇ। ਜੇ ਉਹਨਾਂ ਨੇ ਤੁਹਾਡੀ ਬਾਂਹ ਫੜੀ ਤੇ ਤੁਹਾਡਾ ਪਾਰ ਉਤਾਰਾ ਹੋ ਸਕਦਾ ਹੈ। ਇਹ ਕੁਝ ਮੁਖੀ ਪੰਡਤਾਂ ਨੂੰ ਨਾਲ ਲੈ ਕੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜਦੇ ਨੇ। ਪ੍ਰਿੰਸੀਪਲ ਸੁਖਬੀਰ ਸਿੰਘ ਜੀ ਨੇ 16 ਬ੍ਰਾਹਮਣਾਂ ਦਾ ਜਥਾ ਲਿਖਿਆ ਬਿਆਨ ਕੀਤਾ ਹੈ ਕਿ 15 ਬ੍ਰਾਹਮਣ ਇਹਦੇ ਨਾਲ ਸਨ, 16ਵਾਂ ਇਹ ਮੁਖੀ ਸੀ। ਇਹ ਉਹੀ ਪੰਡਿਤ ਕਿਰਪਾ ਰਾਮ ਹੈ ਜਿਹੜਾ ਸਤਿਗੁਰਾਂ ਦੇ ਇਸ ਦਿੱਖ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਵੱਲੋਂ ਕੀਤੀ ਇਸ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਤੇ ਹਿੰਦੂ ਮਤ ਦੀ ਕੀਤੀ ਰੱਖਿਆ ਤੋਂ ਪ੍ਰਭਾਵਿਤ ਹੋ ਕੇ ਸਿੱਖ ਸੱਜ ਕੇ ਕਿਰਪਾ ਸਿੰਘ ਬਣਦਾ ਹੈ। ਇਹਦੇ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਬਾਅਦ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਥੇ ਦੇ ਵਿੱਚ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਦੋਂ ਇਹਨਾਂ ਦਾ ਜਥਾ ਪਹੁੰਚਿਆ, ਇਹਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਕਾਵਿ ਰੂਪ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਇਹਨਾਂ ਨੇ ਜੋਦਰੀ ਕੀਤੀ ਕਿ ਸਾਡੀ ਇੱਜ਼ਤ ਨੂੰ, ਸਾਡੇ ਧਰਮ ਨੂੰ, ਸਾਡੀ ਪੱਤ ਨੂੰ ਖਤਰਾ ਹੈ। ਇਸ ਸਮੇਂ ਦਾ ਹਾਕਮ ਸਾਡੇ ਦੀਨ ਨੂੰ ਖਤਮ ਕਰਨਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ, ਉਹ ਸਾਰਿਆਂ ਨੂੰ ਮੁਸਲਮਾਨ ਬਣਾ ਕੇ ਆਪਣੇ ਧਰਮ ਦਾ ਬੋਲਬਾਲਾ ਸੰਸਾਰ ਤੇ ਪ੍ਰਗਟ ਕਰਨਾ ਚਾਹੁੰਦਾ ਹੈ। ਤੇ ਉਸ ਬੋਲਬਾਲੇ ਦੇ ਤਹਿਤ ਬਹੁਤ ਸਾਰੇ ਲੋਕ ਉਹਦੇ ਭੈ ਵਿੱਚ ਆਪਣੀ ਜਾਨ ਨੂੰ ਬਚਾਉਣ ਲਈ ਦੀਨ ਇਲਾਹੀ ਨੂੰ, ਮੁਸਲਮਾਨ ਦੀਨ ਨੂੰ ਕਬੂਲ ਕਰ ਚੁੱਕੇ ਹਨ। ਹੁਣ ਸਾਡੀ ਵਾਰੀ ਹੈ। ਸਾਰੇ ਕਸ਼ਮੀਰੀ ਪੰਡਤਾਂ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਉਹ ਮੁਸਲਮਾਨ ਦੀਨ ਨੂੰ ਕਬੂਲ ਕਰਨ ਜਾਂ ਮਰਨ ਵਾਸਤੇ ਤਿਆਰ ਹੋ ਜਾਣ। ਸਤਿਗੁਰੂ ਬੜੀ ਇਕਾਗਰਤਾ ਦੇ ਨਾਲ ਇਹਨਾਂ ਦੀ ਅਰਜ਼ ਨੂੰ, ਇਹਨਾਂ ਦੀ ਬੇਨਤੀ ਨੂੰ ਸੁਣਦੇ ਰਹੇ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਦੇ ਵਿੱਚ ਇੱਕ ਬੋਲ ਨੇ ਕਿ ਜਦੋਂ ਸਿੱਖ ਗੁਰੂ ਕੋਲ ਅਰਦਾਸ ਕਰੇ ਤੇ ਉਹਨੂੰ ਇੰਝ ਮਹਿਸੂਸ ਹੋਵੇ ਕਿ ਮੇਰਾ ਗੁਰੂ ਮੇਰੀ ਅਰਦਾਸ ਸੁਣ ਨਹੀਂ ਰਿਹਾ, ਤੇ ਗੁਰੂ ਨੂੰ ਵੀ ਕਹਿ ਸਕਦਾ ਕਿ ਪਾਤਸ਼ਾਹ ਮੈਂ ਤੇਰੇ ਕੋਲ ਆਇਆ ਤੇ ਦਾਤਾ ਮੇਰੇ ਤੇ ਕਿਰਪਾ ਕਰ, ਮੇਰੀ ਗੱਲ ਨੂੰ ਧਿਆਨ ਨਾਲ ਸੁਣ, ਦੇ ਕੰਨ ਸੁਣੋ ਅਰਦਾਸ ਜੀਓ। ਇਹ ਨਹੀਂ ਕਿ ਗੁਰੂ ਨੇ ਸਿਰਫ ਤੁਹਾਨੂੰ ਉਪਦੇਸ਼ ਦਿੱਤਾ, ਗੁਰੂ ਆਪਣੇ ਵਾਸਤੇ ਵੀ ਕਹਿੰਦਾ ਕਿ ਜੇ ਤੁਹਾਡੇ ਮਨ ਵਿੱਚ ਕੋਈ ਤੌਖਲਾ ਹੋਵੇ ਮੇਰੀ ਗੱਲ ਤੇ ਗੁਰੂ ਸੁਣ ਨਹੀਂ ਰਿਹਾ। ਕਿਉਂਕਿ ਜਦੋਂ ਅਸੀਂ ਕਿਸੇ ਕੋਲ ਕੋਈ ਅਰਜ਼ ਲੈ ਕੇ ਜਾਈਏ, ਜੇ ਉਹਨੇ ਸਾਡੀ ਗੱਲ ਨੂੰ ਧਿਆਨ ਨਾਲ ਸੁਣਿਆ ਹੀ ਨਹੀਂ ਤੇ ਸਮਝੋ ਕਿ ਗੱਲ ਬਣਨੀ ਨਹੀਂ। ਸਾਡਾ ਮਨ ਆਪੇ ਉੱਤਰ ਦੇ ਦਿੰਦਾ ਕਿ ਨਹੀਂ, ਇਹਨੇ ਤੇ ਗੱਲ ਹੀ ਨਹੀਂ ਸੁਣੀ, ਕੰਮ ਕੀ ਕਰੇਗਾ। ਕੰਮ ਵੀ ਉਹੀ ਕਰੇਗਾ ਜਿਹੜਾ ਸਾਡੀ ਗੱਲਬਾਤ ਨੂੰ, ਸਾਡੇ ਦੁੱਖ ਨੂੰ, ਸਾਡੇ ਦਰਦ ਨੂੰ, ਸਾਡੀ ਜਿਹੜੀ ਵੀ ਇੱਛਾ ਲੈ ਕੇ ਅਸੀਂ ਆਏ ਹਾਂ ਉਹਨੂੰ ਧਿਆਨ ਨਾਲ ਸਰਵਣ ਕਰੇਗਾ। ਜਦੋਂ ਸਤਿਗੁਰਾਂ ਨੇ ਬੜੀ ਤਵੱਜੋ ਦੇ ਕੇ ਭਰੀ ਸਭਾ ਸੰਗਤ ਦੇ ਵਿੱਚ ਇਹਨਾਂ ਦੀ ਗੋਦੜੀ ਨੂੰ ਸੁਣਿਆ ਤੇ ਇਤਿਹਾਸਕਾਰ ਕਹਿੰਦੇ ਨੇ ਕਿਰਪਾ ਰਾਮ ਦੇ ਮਨ ਵਿੱਚ ਇੱਕ ਸ਼ਰਧਾ ਬਣ ਗਈ ਕਿ ਸਾਡੀ ਗੱਲ ਨੂੰ ਸਤਿਗੁਰਾਂ ਸੁਣਿਆ ਤੇ ਸਾਡੀ ਬੇਨਤੀ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਨਗੇ, ਸਾਡੀ ਇੱਥੇ ਗੱਲ ਬਣੇਗੀ।
ਤੇਗ ਬਹਾਦਰ ਬੋਲਿਆ, ਤਾਂ ਕਹੀਏ ਧਰਮ ਨਾ ਛੱਡੀਏ, ਵਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਵਾਹਾਂ ਨਾ ਛੋਡੀਏ। ਸਤਿਗੁਰੂ ਭਰੀ ਸਭਾ ਦੇ ਵਿੱਚ ਇੱਕਦਮ ਕਈਆਂ ਨੇ ਲਿਖਿਆ ਕਿ ਗੁਰੂ ਸਾਹਿਬ ਥੋੜੇ ਸਮੇਂ ਲਈ ਉਦਾਸ ਚਿੱਤ ਹੋ ਗਏ। ਏਡਾ ਵੱਡਾ ਮਹਾਨ ਸੱਚਾ ਪਾਤਸ਼ਾਹ ਜਿਹੜਾ ਕਿਸੇ ਦੇ ਦੁੱਖ ਨੂੰ ਦਰਦ ਨੂੰ ਸੁਣ ਰਿਹਾ, ਉਹਨੂੰ ਇੰਨੀ ਲੰਮੀ ਸੋਚ ਦੀ ਜ਼ਰੂਰਤ ਨਹੀਂ। ਤੇ ਇਹ ਨਹੀਂ ਕਿ ਸਤਿਗੁਰੂ ਇਸ ਗੱਲ ਨੂੰ ਜਾਣਦੇ ਨਹੀਂ ਸਨ। ਸਤਿਗੁਰੂ ਤੋਂ ਪਹਿਲਾਂ ਤੋਂ ਤਿਆਰੀਆਂ ਕਰ ਰਹੇ ਸਨ। ਜਿਹੜਾ ਸੰਸਾਰ ਤੇ ਜ਼ੁਲਮ ਹੋ ਰਿਹਾ ਹੈ, ਇਸ ਜ਼ਬਰ ਦੇ ਵਿਰੁੱਧ ਸਿੱਖਾਂ ਨੂੰ ਸਤਿਗੁਰੂ ਪਹਿਲੋਂ ਲਾਮਬੰਦ ਕਰ ਰਹੇ ਨੇ। ਇਹਦਾ ਟਾਕਰਾ ਕਿਵੇਂ ਕਰਨਾ, ਕਿ ਨਿਤ ਨਵੀਆਂ ਨਿਯਮਤਬੰਦੀਆਂ ਬਣਾਉਂਦੇ ਨੇ। ਪਰ ਜਦੋਂ ਇਹ ਜਾਬਰ ਦੇ ਮਨ ਵਿੱਚ ਇੰਨੀ ਵੱਡੀ ਕਾਹਲੀ ਆ ਗਈ, ਇਹਦੇ ਵੱਡੇ ਵਿਦਵਾਨਾਂ ਨੂੰ ਇਹ ਥੋੜੇ ਸਮੇਂ ਦੇ ਵਿੱਚ ਕਤਲ ਕਰਕੇ ਮੁਸਲਮਾਨ ਬਣਾਉਣ ਦਾ ਹੁਕਮ ਦਿੰਦਾ ਹੈ। ਤੇ ਸਤਿਗੁਰਾਂ ਦੇ ਕੋਲ ਇਹ ਅਰਜ ਉਹ ਪੰਡਤ ਲੈ ਕੇ ਪਹੁੰਚਦੇ ਨੇ। ਉਸ ਸਮੇਂ ਤੇ ਸਤਿਗੁਰੂ ਇੰਨੀ ਦੇਰੀ ਨਹੀਂ ਕਰ ਸਕਦੇ। ਪਰ ਇਸ ਸਭਾ ਦੇ ਵਿੱਚ ਸਤਿਗੁਰਾਂ ਨੇ ਐਲਾਨ ਕੀਤਾ ਕਿ ਤੁਹਾਡੀ ਮਸਲਾ ਜਿਹੜਾ ਤੁਹਾਡਾ ਮਸਲਾ ਹੈ, ਤੁਹਾਡੀ ਸਮੱਸਿਆ ਹੱਲ ਹੋ ਸਕਦੀ ਹੈ, ਪਰ ਇਹਦੇ ਵਿੱਚ ਇੱਕ ਮਹਾਨ ਸੰਤ ਪੁਰਸ਼ ਦੇ ਬਲਿਦਾਨ ਦਾ ਲੋੜ ਹੈ। ਉਹਨਾਂ ਦਾ ਬਲਿਦਾਨ ਲੱਗੇਗਾ। ਉਹਨਾਂ ਦੇ ਇਸ ਤਨ ਦੇ ਲੱਗਣ ਦੇ ਜ਼ਰੀਏ ਇਹ ਤੁਹਾਡੀ ਸਮੱਸਿਆ ਨੂੰ ਰੋਕ ਲੱਗ ਸਕਦੀ ਹੈ। ਇਹਨੂੰ ਧਰਮ ਜਿਹੜਾ ਉਹ ਖਤਰੇ ਤੋਂ ਬਾਹਰ ਹੋ ਸਕਦਾ ਹੈ, ਬਚ ਸਕਦਾ ਹੈ। ਵੱਖਰੇ ਵੱਖਰੇ ਇਤਿਹਾਸਕਾਰਾਂ ਦੇ ਖਿਆਲ ਨੇ ਕਿ ਗੋਬਿੰਦ ਰਾਏ ਜੀ ਖੇਡਦੇ ਖੇਡਦੇ ਬਾਹਰੋਂ ਆਏ। ਕੁਝ ਕਹਿੰਦੇ ਨੇ ਸਭਾ ਵਿੱਚ ਬੈਠੇ ਸਨ। ਕਿਸੇ ਵੀ ਤਰ੍ਹਾਂ ਹੋਣ, ਸਭਾ ਵਿੱਚੋਂ ਉੱਠੇ ਬਾਲ ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਸੰਬੋਧਨ ਹੋ ਕੇ ਆਖਿਆ, ਪਿਤਾ ਜੀ, ਅੱਜ ਦੇ ਇਸ ਭਿਆਨਕ ਕਲਯੁਗ ਦੇ ਸਮੇਂ ਦੇ ਵਿੱਚ ਤੁਹਾਡੇ ਵਰਗਾ ਮਹਾਨ ਸਤਿਪੁਰਸ਼ ਹੋਰ ਕੋਈ ਨਹੀਂ ਹੋ ਸਕਦਾ। ਇਹ ਤੁਸੀਂ ਰੱਖਿਆ ਕਰੋ। ਉੱਥੇ ਸਤਿਗੁਰੂ ਜਿੱਥੇ ਹੱਸਦੇ ਹੱਸਦੇ ਆਪਣਾ ਸਿੱਖਦੇ ਨਹੀਂ ਤੁਰਦੇ ਨੇ, ਉੱਥੇ ਭਰੀ ਸਭਾ ਵਿੱਚ ਵੀ ਇਤਿਹਾਸਕਾਰ ਪ੍ਰਿੰਸੀਪਲ ਸੁਖਬੀਰ ਸਿੰਘ ਕਹਿੰਦੇ ਨੇ, ਸਤਿਗੁਰੂ ਮੁਸਕਰਾਏ, ਚਿਹਰੇ ਤੇ ਖੇੜਾ ਆ ਗਿਆ ਕਿ ਗੋਬਿੰਦ ਰਾਏ ਸਾਨੂੰ ਤੇਰੇ ਤੋਂ ਇਹੀ ਆਸਾਂ ਸਨ। ਕਿਉਂਕਿ ਆਪਣੀ 9 ਸਾਲਾਂ ਦੀ ਉਮਰ ਵਿੱਚ ਜਿੱਥੇ ਉਹ ਘੋੜ ਸਵਾਰੀ, ਤੀਰ ਅੰਦਾਜ਼ੀ ਤੇ 64 ਤਰ੍ਹਾਂ ਦੀ ਵਿਦਿਆ ਸਿੱਖ ਚੁੱਕੇ ਨੇ, ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਦਮਦਮਾ ਦੀ ਸਾਹਿਬ ਦੀ ਪਾਵਨ ਧਰਤੀ ਤੇ ਤੀਰਬੰਦੀਆਂ ਦੇ ਇੱਕ ਬੋਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇੱਥੇ ਬਹਿ ਕੇ ਲਿਖਾ ਲਿਆ। ਵੱਖਰੀਆਂ ਵੱਖਰੀਆਂ ਕਹਾਣੀਆਂ ਬਣੀਆਂ ਵੀ ਉਹਨਾਂ ਦੀ ਅੰਤਰਜਾਮਤਾ ਜਾਂ ਆਪਣੀ ਆਤਮਿਕ ਸੱਤਾ ਤੇ ਸਤਿਗੁਰਾਂ ਨੇ ਵਿਖਾਈ ਨਹੀਂ। ਪਰਮਾਤਮਾ ਨੂੰ ਸਤਿਗੁਰੂ ਥਾਂ ਹੀ ਨਹੀਂ ਦਿੰਦੇ। ਸਤਿਗੁਰਾਂ ਨੂੰ 9 ਸਾਲਾਂ ਦੀ ਉਮਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜ਼ਬਾਨੀ ਕੰਠ ਸੀ ਤੇ 64 ਤਰ੍ਹਾਂ ਦੀ ਵਿਦਿਆ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਣੂ ਸਨ। 9 ਸਾਲਾਂ ਦੀ ਆਯੂ ਵਿੱਚ ਆਪਣੇ ਉਸ ਕੰਠ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰਾਂ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਲਿਖਾਇਆ। ਤੇ ਇਹ ਨਹੀਂ, ਭਾਈ ਕਾਹਨ ਸਿੰਘ ਨਾਭਾ ਵਰਗੇ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸੰਪੂਰਨ ਤੌਰ ਤੇ ਕੰਠ ਕਰ ਚੁੱਕੇ ਸਨ। ਉਹ ਜ਼ੁਬਾਨੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਤੋਂ ਵੀ ਬੋਲਿਆ ਪੜ ਸਕਦੇ ਸਨ। ਇਹ ਗੁਰੂ ਦੀ ਆਪਣੀ ਕਿਰਪਾ ਹੈ, ਆਪਣੀ ਰਹਿਮਤ ਹੈ। ਤੇ ਉਹ ਤੇ ਪ੍ਰਤੱਖ ਸਤਿਗੁਰੂ ਆਪ ਉਸ ਪਰਮਾਤਮਾ ਦਾ ਸਰੂਪ ਸਨ। ਹੁਣ ਜਦੋਂ ਬਾਲ ਗੋਬਿੰਦ ਰਾਏ ਨੇ ਇਹ ਹਾਮੀ ਭਰ ਦਿੱਤੀ ਤੇ ਸਤਿਗੁਰਾਂ ਨੇ ਪੰਡਤ ਲੋਕਾਂ ਨੂੰ ਇਹ ਗੱਲ ਕਹਿ ਕੇ ਮੁਨਾਮਾ ਦੇ ਕੇ ਚਿੱਠੀ ਦੇ ਕੇ ਭੇਜ ਦਿੱਤਾ ਕਿ ਜਾਓ ਔਰੰਗਜ਼ੇਬ ਨੂੰ ਇਹ ਸੁਨੇਹਾ ਦੇ ਦਿਓ ਸਾਡਾ, ਇਹ ਜੇ ਉਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਮਜ਼ਹਬ ਵਿੱਚ ਲੈ ਆਉਣ ਤੇ ਸਾਰੇ ਮੁਸਲਮਾਨ ਅਸੀਂ ਆਪਣੇ ਆਪ ਤੁਹਾਡੇ ਦੀਨ ਨੂੰ, ਤੁਹਾਡੇ ਮਜ਼ਹਬ ਨੂੰ ਕਬੂਲ ਕਰ ਲਵਾਂਗੇ। ਇਹ ਤੋਂ ਇਹ ਸੁਨੇਹਾ ਭੇਜਿਆ। ਉਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਣੇ ਤਖਤ ਤੇ ਬਿਰਾਜਮਾਨ ਕੀਤਾ, ਗੁਰਤਾ ਗੱਦੀ ਦੀਆਂ ਰਸਮਾਂ ਕੀਤੀਆਂ। ਆਪ ਸਤਿਗੁਰੂ ਥੋੜੇ ਸਮੇਂ ਦੀ ਤਿਆਰੀ ਕਰਕੇ 5 ਗੁਰਸਿੱਖਾਂ ਨੂੰ ਨਾਲ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਗੁਰਦਿੱਤਾ ਜੀ ਤੇ ਭਾਈ ਉਦਾ ਜੀ, ਇਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਆਪ ਇਸ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਇਸੇ ਪੈਂਡੇ ਨੂੰ ਤੈਅ ਕਰਕੇ ਲੰਘਦੇ ਨੇ। ਸਤਿਗੁਰੂ ਜਿੱਥੇ ਗੁਰਦੁਆਰਾ ਨਾਭਾ ਸਾਹਿਬ ਹੈ, ਇੱਥੇ ਸਤਿਗੁਰਾਂ ਚਰਨ ਪਾਏ। ਜਿੱਥੇ ਆਪ ਬੈਠੇ ਉਸ ਸ਼ਹਿਰ ਵਿੱਚ ਗੁਰੂ ਸਾਹਿਬਾਨ ਦੇ ਚਰਨ ਪਏ।
ਕੁਝ ਇਤਿਹਾਸਕਾਰਾਂ ਨੇ ਕਰਹਾਲੀ ਸਾਹਿਬ, ਚੀਕਾ, ਸਮਾਣਾ ਇਹਨਾਂ ਸਾਰੇ ਥਾਵਾਂ ਤੇ ਸਤਿਗੁਰਾਂ ਦੇ ਚਰਨ ਪੈਣ ਦੀ ਤਾਕੀਦ ਕੀਤੀ ਹੈ ਤੇ ਸਾਰੇ ਥਾਵਾਂ ਤੇ ਤਕਰੀਬਨ ਗੁਰੂ ਸਾਹਿਬਾਨ ਦੇ ਨਾਮ ਦੇ ਅਸਥਾਨ ਬਣੇ ਹੋਏ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸਤਿਗੁਰਾਂ ਨੇ ਇਸ ਪੈਂਦੇ ਨੂੰ ਇੱਧਰੋਂ ਤੈਅ ਕੀਤਾ। ਅੱਗੋਂ ਜੀਂਦ, ਧਮਧਾਨ ਸਾਹਿਬ, ਦੱਖਣ ਮਾਝਰਾ ਜਿੱਥੇ ਜੀਂਦ ਗੁਰਦੁਆਰਾ ਹੈ, ਇੱਧਰੋਂ ਆਉਂਦੇ ਹੋਏ ਸਤਿਗੁਰੂ ਆਗਰੇ ਦੀ ਧਰਤੀ ਤੇ ਪਹੁੰਚਦੇ ਨੇ। ਇਸ ਜਾਂਦੇ ਆਪਣੇ ਆਖਰੀ ਸਮੇਂ ਤੱਕ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਕੇ ਸਿੱਖਾਂ ਨੂੰ ਲਾਮਬੰਦ ਕਰਨਾ ਚਾਹੁੰਦੇ ਹਨ ਹਰ ਥਾਂ ਤੇ। ਇਹ ਗੱਲ ਇਤਿਹਾਸਕਾਰ ਲਿਖਦੇ ਨੇ ਸਤਿਗੁਰਾਂ ਬਾਬਤ ਵੀ ਆਪਣੀ ਸੀਸ ਲੱਗਣ ਦੀ ਗੱਲ ਸਤਿਗੁਰਾਂ ਨੇ ਪਹਿਲਾਂ ਤੋਂ ਆਰੰਭ ਕਰ ਦਿੱਤੀ ਸੀ ਕਿ ਸਾਡਾ ਜਿਹੜਾ ਪ੍ਰਯੋਜਨ ਹੈ ਉਹ ਦੁਨੀਆ ਨੂੰ ਅਕਾਲ ਨਾਲ ਜੋੜਨਾ ਹੈ ਤੇ ਇਸ ਅਕਾਲ ਨਾਲ ਜੋੜਨ ਦੇ ਪੰਥਕ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਦਿਆਂ ਸਾਡਾ ਇਹ ਤਨ ਜਿਹੜਾ ਹੈ ਉਹ ਆਪਣੀ ਕੌਮ ਤੋਂ ਟੇਢਾ ਹੋ ਸਕਦਾ ਹੈ। ਇਹ ਗੱਲਾਂ ਸਤਿਗੁਰੂ ਆਪਣੇ ਪ੍ਰਚਾਰ ਸਮੇਂ ਸਿੱਖਾਂ ਦੇ ਵਿੱਚ ਪਹਿਲਾਂ ਤੋਂ ਬੋਲ ਦਿੰਦੇ ਸਨ। ਹੁਣ ਸਤਿਗੁਰਾਂ ਨੇ ਆਗਰੇ ਦੀ ਧਰਤੀ ਤੇ ਬਹੁਤਾਤ ਵਿੱਚ ਵਿਦਵਾਨਾਂ ਨੇ ਮੰਨਿਆ ਕਿ ਗ੍ਰਿਫਤਾਰੀ ਦਿੱਤੀ। ਇੱਥੇ ਗ੍ਰਿਫਤਾਰੀ ਦੇਣ ਦਾ ਕਾਰਨ ਸੀ ਸਤਿਗੁਰਾਂ ਨੂੰ ਉਹਨਾਂ ਦਾ ਇੱਕ ਸੇਵਕ ਯਾਦ ਕਰਦਾ ਹੈ, ਮੁਸਲਮਾਨ ਸੈਯਦ ਅਲੀ, ਜਿਹੜਾ ਭੇਡਾਂ ਚਰਾਉਣ ਦਾ ਕੰਮ ਕਰਦਾ ਹੈ, ਬੜਾ ਗਰੀਬ ਸੀ। ਜਦੋਂ ਸਮੇਂ ਦੀ ਸਰਕਾਰ ਨੇ ਸਤਿਗੁਰਾਂ ਦੇ ਨਾਮ ਤੇ ਇਨਾਮ ਰੱਖ ਦਿੱਤਾ ਵੀ ਜਿਹੜਾ ਗੁਰੂ ਸਾਹਿਬਾਂ ਦੀ ਦੱਸ ਪਾਏ, ਗੁਰੂ ਸਾਹਿਬਾਂ ਨੂੰ ਗ੍ਰਿਫਤਾਰ ਕਰਵਾਏ। ਭਾਵੇਂ ਸਤਿਗੁਰਾਂ ਦਾ ਸੁਨੇਹਾ ਹੈ ਕਿ ਆਪ ਸਤਿਗੁਰੂ ਦਿੱਲੀ ਵੱਲ ਕੂਚ ਕਰ ਚੁੱਕੇ ਹਨ, ਪਰ ਸਮੇਂ ਦਾ ਹੁਕਮ ਫਿਰ ਵੀ ਪੈ ਖਾਂਦਾ ਕਿ ਛੇਤੀ ਉਹਨਾਂ ਨੂੰ ਫੜਿਆ ਜਾਏ, ਕੈਦਖਾਨੇ ਵਿੱਚ ਰੱਖਿਆ ਜਾਏ, ਛੇਤੀ ਮੁਸਲਮਾਨ ਉਹਨਾਂ ਨੂੰ ਬਣਾਉਣ ਤੋਂ ਬਾਅਦ ਫਿਰ ਦੂਜਿਆਂ ਨੂੰ ਮੁਸਲਮਾਨ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਜਾਏ। ਇਸ ਗੱਲ ਕਾਰਨ ਉਹਨਾਂ ਨੇ ਸਤਿਗੁਰਾਂ ਦੇ ਤੇ ਉਹਨਾਂ ਦੀ ਦੱਸ ਪਾਉਣ ਵਾਲਿਆਂ ਵਾਸਤੇ ਇਨਾਮ ਵੀ ਰੱਖੇ ਤੇ ਇਹ ਆਦਮੀ ਸਤਿਗੁਰਾਂ ਦੇ ਸਾਹਮਣੇ ਅਰਦਾਸ ਕਰਦਾ ਹੈ। ਇਹਦਾ ਅਲੌਕਿਕ ਤਰੀਕਾ ਸੀ ਕਿ ਪਾਤਸ਼ਾਹ, ਮੈਨੂੰ ਪਤਾ ਤੁਹਾਡੇ ਕੋਲ ਬੜੀਆਂ ਤਾਕਤਾਂ ਨੇ, ਤੁਸੀਂ ਬੜੇ ਸਮਰੱਥ ਹੋ, ਪਰ ਮੇਰੀ ਗਰੀਬੀ ਨੂੰ ਕੱਟਣ ਵਾਸਤੇ ਤੁਹਾਡੀ ਇਹ ਗ੍ਰਿਫਤਾਰੀ ਕੰਮ ਆ ਸਕਦੀ। ਜਾਣੋ ਤੇ ਤੁਸੀਂ ਹੈ ਦਿੱਲੀ ਦੇ ਹਾਕਮ ਕੋਲ, ਜੇ ਮੇਰੇ ਤੇ ਕਿਰਪਾ ਕਰੋ ਕਿ ਮੇਰੇ ਨਾਲ ਹੀ ਤੁਸੀਂ ਗ੍ਰਿਫਤਾਰ ਹੋ ਜਾਓ ਤੇ ਮੈਨੂੰ ਸਮੇਂ ਦੀ ਸਰਕਾਰ ਤੋਂ ਬੜਾ ਵੱਡਾ ਇਨਾਮ ਮਿਲੇਗਾ। ਉਸ ਇਨਾਮ ਦੇ ਨਾਲ ਮੇਰੀ ਗਰੀਬੀ ਕੱਟੀ ਜਾਏਗੀ। ਸਤਿਗੁਰੂ ਉਸ ਆਟੜੀ ਸੈਯਦ ਅਲੀ ਦੇ ਰਾਹੀਂ ਗ੍ਰਿਫਤਾਰ ਹੁੰਦੇ ਨੇ। ਆਗਰੇ ਦੀ ਧਰਤੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਉੱਥੇ ਬੜੇ ਵੱਡੇ ਫੌਜ ਦੇ ਪਹਿਰੇ ਤਹਿਤ ਇਤਿਹਾਸਕਾਰਾਂ ਨੇ ਲਿਖਿਆ ਕਿ ਸਤਿਗੁਰਾਂ ਨੂੰ ਦਿੱਲੀ ਦੀ ਧਰਤੀ ਤੱਕ ਲਿਆਂਦਾ ਗਿਆ। ਦਿੱਲੀ ਦੀ ਧਰਤੀ ਦੇ ਉੱਤੇ ਨਿਜ਼ਾਮ ਸਫੀ ਖਾਨ ਤੇ ਕਿਲੇਦਾਰ ਮੁਲਤਫਤ ਖਾਨ ਦੇ ਹਵਾਲੇ ਸਤਿਗੁਰਾਂ ਨੂੰ ਕਰ ਦਿੱਤਾ ਜਾਂਦਾ ਹੈ। ਜਦੋਂ ਗੁਰੂ ਸਾਹਿਬਾਂ ਨੂੰ ਇੱਥੇ ਇਹਨਾਂ ਦੇ ਹਵਾਲੇ ਕੀਤਾ ਗਿਆ, ਇਹਨਾਂ ਨੇ ਪਹਿਲੋਂ ਸਤਿਗੁਰਾਂ ਨੂੰ ਇੱਕ ਬੜੀ ਖੰਦਰ ਹਵੇਲੀ ਦੇ ਵਿੱਚ ਸਤਿਗੁਰਾਂ ਦੇ ਸਿੱਖਾਂ ਸਮੇਤ ਕੈਦ ਕੀਤਾ ਗਿਆ। ਭਾਈ ਸੰਤੋਖ ਸਿੰਘ ਜੀ ਦਾ ਇੱਕ ਵੱਖਰਾ ਲਿਖਣ ਦਾ ਤਰੀਕਾ, ਉਹ ਲਿਖਦੇ ਨੇ ਕਿ ਜਿਨ੍ਹਾਂ ਨੂੰ ਭੂਤਾਂ ਪ੍ਰੇਤਾਂ ਦੀ ਹਵੇਲੀ ਕਰਕੇ ਮੰਨਿਆ ਜਾਂਦਾ ਸੀ, ਲੋਕ ਮੰਨਦੇ ਸਨ ਕਿ ਇੱਥੋਂ ਭਿਆਨਕ ਆਵਾਜ਼ਾਂ ਹੁੰਦੀਆਂ ਨੇ, ਉਹਨਾਂ ਇੱਥੋਂ ਤੱਕ ਲਿਖ ਮਾਰਿਆ ਕਿ ਉੱਥੇ ਰਹਿਣ ਵਾਲੇ ਭੂਤ ਪ੍ਰੇਤ ਜਿਹੜੇ ਨੇ ਉਹ ਸਤਿਗੁਰਾਂ ਦੀ ਸੇਵਾ ਨੂੰ ਸਮਰਪਿਤ ਹੋ ਗਏ ਕਿ ਸੱਚੀ ਮੁੱਚੀ ਉਹਨਾਂ ਨੇ ਗੁਰੂ ਸਾਹਿਬਾਂ ਨੂੰ ਗੰਨੇ ਚੁੱਕਣ ਲਈ ਤੇ ਹੋਰ ਵਸਤੂਆਂ ਭੇਟਾਂ ਕੀਤੀਆਂ। ਉਹਨਾਂ ਇੱਥੋਂ ਤੱਕ ਵੀ ਬਿਆਨ ਕੀਤਾ ਕਿ ਸਤਿਗੁਰਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਸੀ ਤੇ ਇਹ ਗੱਲ ਪਹਿਰੇਦਾਰਾਂ ਨੇ ਕੱਢ ਕੇ ਉੱਥੋਂ ਦੇ ਸਮੇਂ ਦੇ ਹਾਕਮ ਨੂੰ ਜਿਹੜਾ ਨਵਾਬ ਬਣਿਆ, ਜਿਹਦੇ ਰਾਹੀਂ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ, ਕਿਉਂਕਿ ਔਰੰਗਜ਼ੇਬ ਉਸ ਸਮੇਂ ਦਿੱਲੀ ਵਿੱਚ ਮੌਜੂਦ ਨਹੀਂ ਸੀ। ਹੁਕੂਮਤ ਹੈ ਪਰ ਉਹਦੇ ਹਾਕਮਾਂ ਦੇ ਰਾਹੀਂ ਉਹਦੇ ਹੁਕਮ ਨੂੰ ਸੰਪੂਰਨ ਕੀਤਾ ਜਾਂਦਾ ਹੈ। ਹੁਣ ਜਦੋਂ ਪਹਿਰੇਦਾਰਾਂ ਨੇ ਦੱਸਿਆ ਵੀ ਇੱਥੇ ਤੇ ਜਿਹੜੀਆਂ ਅਮੁਕ ਤਨੂਹਾਂ ਨੇ ਉਹ ਵੀ ਸਤਿਗੁਰਾਂ ਦੀ ਸੇਵਾ ਨੂੰ ਸਮਰਪਿਤ ਹੋ ਰਹੀਆਂ ਹਨ, ਉਹਨਾਂ ਵੱਲੋਂ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਕਹਿੰਦੇ ਹੋ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਜਾਣਾ, ਉਹਨਾਂ ਕੋਲ ਤੇ ਇੰਨਾ ਹੁੰਦਾ ਹੈ ਕਿ ਅਸੀਂ ਆਪ ਤੱਕ ਉਹ ਉਹਨਾਂ ਖਾ ਵੀ ਨਹੀਂ ਸਕਦੇ। ਫਿਰ ਇੱਕ ਲੋਹੇ ਦਾ ਪਿੰਜਰਾ ਬਣਾਇਆ ਗਿਆ। ਲੋਹੇ ਦੇ ਪਿੰਜਰੇ ਵਿੱਚ ਸਤਿਗੁਰਾਂ ਨੂੰ ਕੈਦ ਕੀਤਾ ਗਿਆ, ਸਿੱਖਾਂ ਨੂੰ ਵੱਖ ਕੈਦ ਕਰ ਦਿੱਤਾ ਗਿਆ ਤੇ ਲੋਹੇ ਦੇ ਪਿੰਜਰੇ ਦੇ ਵਿੱਚ ਸਤਿਗੁਰਾਂ ਨੂੰ ਬੈਠਣ ਨਹੀਂ ਦਿੱਤਾ ਜਾਂਦਾ, ਸਤਿਗੁਰਾਂ ਨੂੰ ਖੜੇ ਰੱਖਿਆ ਜਾਂਦਾ ਹੈ। ਇਹ ਥੱਕ ਜਾਣ, ਟੁੱਟ ਜਾਣ, ਹਾਰ ਜਾਣ ਤੇ ਸਾਡੀ ਗੱਲ ਮੰਨ ਲੈਣ। ਸਤਿਗੁਰਾਂ ਨੂੰ ਔਰੰਗਜ਼ੇਬ ਦੇ ਤਰੀਕੇ ਅਨੁਸਾਰ ਉਹ ਸਾਰਿਆਂ ਨੂੰ ਮੁਸਲਮਾਨ ਬਣਾਉਣ ਵਾਸਤੇ ਆਪਣੇ ਨਵਾਬਾਂ ਨੂੰ ਉਹਨੇ ਹੁਕਮ ਕੀਤਾ ਸੀ ਕਿ ਸਾਰਿਆਂ ਤੋਂ ਪਹਿਲੋਂ ਪਿਆਰ ਨਾਲ ਸਮਝਾਇਆ ਜਾਏ
ਜੇ ਲੋਕ ਨਾ ਮੰਨਣ ਫਿਰ ਉਹਨਾਂ ਨੂੰ ਲਾਲਚ ਦਿੱਤਾ ਜਾਏ, ਧਨ ਦੌਲਤ ਦਾ। ਜੇ ਫਿਰ ਵੀ ਨਾ ਮੰਨਣ ਫਿਰ ਮੌਤ ਦਾ ਡਰ ਦਿੱਤਾ ਜਾਏ, ਤੇ ਫਿਰ ਵੀ ਨਾ ਮੰਨਣ ਤੇ ਫਿਰ ਕਤਲ ਕਰ ਦਿੱਤਾ ਜਾਏ। ਬਸ ਇਹੋ ਜਿਹਾ ਤਰੀਕਾ ਸਤਿਗੁਰਾਂ ਪ੍ਰਤੀ ਇਹਨਾਂ ਵੱਲੋਂ ਅਪਣਾਇਆ ਗਿਆ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਮੇਂ ਦੇ ਉਤੋਂ ਦੇ ਧਾਰਮਿਕ ਆਗੂ, ਇਹਨਾਂ ਦੇ ਜਿਹੜੇ ਫੌਜ ਵਿੱਚ ਰੱਖੇ ਕਰੜੇ ਸੁਭਾਅ ਦੇ ਵਿਅਕਤੀ ਸਨ, ਉਹਨਾਂ ਦੇ ਰਾਹੀਂ ਸਤਿਗੁਰਾਂ ਨੂੰ ਇਸ ਦਿਨ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ। ਕਿਸੇ ਤਰ੍ਹਾਂ ਸਤਿਗੁਰਾਂ ਦੇ ਚਿਹਰੇ ਤੇ ਕੋਈ ਭੈ ਨਹੀਂ ਹੁੰਦਾ। ਪਿੰਜਰੇ ਵਿੱਚ ਕੈਦ ਕੀਤਿਆਂ ਵੀ ਇਤਿਹਾਸਕਾਰ ਕਹਿੰਦਾ ਕਿ ਸਤਿਗੁਰਾਂ ਦੇ ਜਲਾਲ ਨੂੰ ਇਹ ਸਮੇਂ ਦੇ ਹਾਕਮ ਡੁਲਾ ਨਾ ਸਕੇ। ਸਤਿਗੁਰਾਂ ਦੇ ਚਿਹਰੇ ਦਾ ਜਲਾਲ ਉਸੇ ਤਰ੍ਹਾਂ ਸੀ, ਸਤਿਗੁਰਾਂ ਦੀ ਚਿਹਰੇ ਦੀ ਮੁਸਕਰਾਹਟ ਉਸੇ ਤਰ੍ਹਾਂ ਸੀ ਕਿ ਸਤਿਗੁਰੂ ਆਪਣੀ ਉਸ ਪੁੱਤਰ ਦੀ ਆਵਾਜ਼ ਨੂੰ, ਗੋਬਿੰਦ ਰਾਏ ਦੀ ਆਵਾਜ਼ ਨੂੰ ਵਾਰ-ਵਾਰ ਸੁਣਦੇ ਸਨ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਹੋਰ ਮਹਾਨ ਸਤ ਸਰੂਪ ਇਸ ਧਰਤੀ ਤੇ ਅੱਜ ਦੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਨਹੀਂ, ਕਿ ਜਿਹੜਾ ਆਪਣੀ ਜ਼ਿੰਦਗੀ ਕੁਰਬਾਨੀ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕੀਤੀ ਜਾ ਸਕੇ। ਹੁਣ 9 ਸਾਲਾਂ ਦੀ ਉਮਰ ਦੇ ਵਿੱਚ ਜੰਜੂ ਦੀ ਰਾਖੀ ਕਰਨ ਵਾਸਤੇ ਆਪਣੇ ਪਿਤਾ ਨੂੰ ਭੇਜਣ ਲਈ ਸਤਿਗੁਰੂ ਆਵਾਜ਼ ਭਰੀ ਸਭਾ ਦੇ ਵਿੱਚ ਦਿੰਦੇ ਨੇ। ਇਹ ਤਾਂ 9 ਸਾਲਾਂ ਦੀ ਆਯੂ ਦੇ ਵਿੱਚ ਪਹਿਲੇ ਜਾਮੇ ਵਿੱਚ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਤਿਲਕ ਜੰਜੂ ਪਾਉਣ ਵਾਸਤੇ ਕਿਹਾ ਜਾਂਦਾ ਹੈ, ਤੇ ਉਹ ਕਹਿ ਦਿੰਦੇ ਹਨ ਕਿ ਇਹ ਸਾਡੇ ਧਰਮ ਦੇ ਅਸੂਲਾਂ ਦੇ ਅਨੁਸਾਰ ਨਹੀਂ, ਸਾਨੂੰ ਉਹ ਜੰਜੂ ਚਾਹੀਦਾ ਹੈ ਜਿਹੜਾ ਕਦੇ ਟੁੱਟੇ ਹੀ ਨਾ, ਜਿਹਨੂੰ ਕੋਈ ਮੈਲ ਨਾ ਲੱਗੇ, ਨਾ ਇਹ ਟੁੱਟੇ, ਨਾ ਮਨ ਲੱਗੇ, ਨਾ ਇਹ ਜਲੇ, ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਆਏ। ਸਤਿਗੁਰਾਂ ਸਿੱਧਾ ਕਹਿ ਦਿੱਤਾ ਹੈ, ਪੰਡਤ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਪਰ ਅੱਜ ਉੱਥੇ ਜੋ ਦੋਹੀ ਸੀ, ਜੁਗਤ ਜਿਹੜੀ ਉਹਨੂੰ ਸਤਿਗੁਰਾਂ ਨੇ ਆਪਣੇ ਤਰੀਕੇ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਵੀ ਇੱਥੇ ਧਰਮ ਦੀ ਗੱਲ ਨਹੀਂ, ਇੱਥੇ ਧਰਮ ਦੇ ਅਸੂਲਾਂ ਨੂੰ ਸਿੱਕੇ ਟੰਗ ਕੇ ਆਪਣੇ ਧਰਮ ਵਿੱਚ ਜ਼ਬਰਦਸਤੀ ਤਬਦੀਲ ਕਰਨ ਲਈ ਇਹਨਾਂ ਦੇ ਜੰਜੂ ਨੂੰ ਲਾਇਆ ਜਾਂਦਾ ਹੈ, ਤੇ ਇਹਨਾਂ ਦੇ ਧਰਮ ਦੇ ਅਨੁਕੂਲ ਇਸ ਜੰਜੂ ਨੂੰ ਅਸੀਂ ਇਸ ਤਰੀਕੇ ਨਾਲ ਲਾਉਣ ਨਹੀਂ ਦਿਆਂਗੇ। ਇਹ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਉੱਥੇ ਧਰਮੀ ਬਣਾਉਣ ਵਾਸਤੇ ਵੱਖਰੇ ਵੱਖਰੇ ਜੰਜੂ, ਇਹ ਪੰਡਤਾਂ ਦਾ ਵੱਖ, ਖੱਤਰੀਆਂ ਦਾ ਵੱਖ, ਸ਼ੂਦਰਾਂ ਦਾ ਵੱਖ, ਵੱਖਰੇ ਵੱਖਰੇ ਧਾਗੇ ਨੇ। ਉੱਥੇ ਵਿਤਕਰੇ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਇੱਥੇ ਤਿਲਕ ਜੰਜੂ ਦੀ ਰੱਖਿਆ ਵਾਸਤੇ ਸਤਿਗੁਰੂ ਆਪਣਾ ਬਲਿਦਾਨ ਦੇਣ ਵਾਸਤੇ ਆਏ ਹਨ। 10ਵੀਂ ਜੋਤ ਨੇ 9ਵੀਂ ਜੋਤ ਨੂੰ ਆਪਣੇ ਤਖਤ ਤੇ ਬਹਿਣ ਤੋਂ ਪਹਿਲਾਂ ਆਪਣੇ ਬਾਲ ਰੂਪ ਦੇ ਵਿੱਚ ਆਪਣੀ ਆਵਾਜ਼ ਲੋਕਾਂ ਦੇ ਸਨਮੁਖ ਬੁਲੰਦ ਕਰਕੇ ਇਸ ਗੱਲ ਨੂੰ ਪ੍ਰਗਟ ਕਰ ਦਿੱਤਾ ਕਿ ਇੱਕ ਤੇ ਤੁਸੀਂ ਕੁਰਬਾਨੀ ਦੇ ਦਿਓ, ਦੂਜਾ ਇਹ ਚਿੰਤਾ ਨਾ ਕਰੋ, 9 ਸਾਲਾਂ ਦੀ ਆਯੂ ਵਿੱਚ ਅਸੀਂ ਇਸ ਜਗਤ ਦੀ ਦੌੜ ਨੂੰ ਸੰਭਾਲਣ ਦੇ ਸਮਰੱਥ ਹੋ ਚੁੱਕੇ ਹਾਂ। ਉਹ ਦਾਤਾ ਜਦੋਂ ਪਿੰਜਰੇ ਵਿੱਚ ਕੈਦ ਹੁੰਦਾ ਹੈ, ਤੇ ਪਿੰਜਰੇ ਵਿੱਚ ਕੈਦ ਹੋਇਆ ਵੀ ਚਿਹਰੇ ਤੇ ਮੁਸਕਰਾਹਟ ਸੀ, ਉਦਾਸੀ ਤੇ ਸਮੇਂ ਦੇ ਹਾਕਮ ਖਿਲਾਫ ਲੜਨ ਦੀ ਸਮਰੱਥਾ ਉਹਨਾਂ ਦੇ ਚਿਹਰੇ ਤੋਂ ਝਲਕਦੀ ਹੈ। ਸਤਿਗੁਰੂ ਚਾਹੁੰਦੇ ਤੇ ਉਸ ਸਮੇਂ ਵੀ ਜੰਗ ਦੇ ਜ਼ਰੀਏ ਐਲਾਨ ਕਰਕੇ ਸਮੇਂ ਦੀ ਫੌਜ ਦਾ ਟਾਕਰਾ ਕਰ ਸਕਦੇ ਹਨ, ਪਰ ਇਹ ਉਸ ਅਕਾਲ ਪੁਰਖ ਦੀ ਰਜ਼ਾ ਤਹਿਤ ਸਮੇਂ ਦੇ ਹਾਕਮ ਵਿਰੁੱਧ ਲੋਕਾਂ ਦੀ ਹੋਰ ਆਵਾਜ਼ ਬੁਲੰਦ ਹੋਵੇ। ਇਕੱਲੇ ਸਿੱਖ ਹੀ ਨਹੀਂ, ਇਸ ਭਾਰਤ ਵਰਸ਼ ਦਾ ਹਰ ਵਾਸੀ ਸਮੇਂ ਦੇ ਹਾਕਮ ਦੇ ਖਿਲਾਫ ਲੜਨ ਵਾਸਤੇ ਆਪਣੀ ਤਲਵਾਰ ਚੁੱਕਣ ਦੇ ਲਈ ਤਿਆਰ ਹੋ ਸਕੇ। ਇਸ ਕਦਮ ਨੂੰ ਅੱਗੇ ਵਧਾਉਣ ਲਈ ਸਤਿਗੁਰੂ ਆਪਣਾ ਖੂਨ ਦਿੱਲੀ ਦੀ ਧਰਤੀ ਤੇ ਡੋਲਦੇ ਨੇ। ਜਿੱਥੇ ਦਇਆ ਨਾਮ ਦੀ ਕੋਈ ਚੀਜ਼ ਨਹੀਂ, ਜਿੱਥੇ ਇੱਕ ਦੂਜੇ ਪ੍ਰਤੀ ਨਫ਼ਰਤ ਤੇ ਇੱਕ ਦੂਜੇ ਨੂੰ ਦਬਾਉਣ ਤੋਂ ਬਿਨਾਂ ਹੋਰ ਕੋਈ ਸੋਚ ਹੀ ਨਹੀਂ ਸੋਚੀ ਜਾਂਦੀ। ਤਾਂ ਹੀ ਤੇ ਸਤਿਗੁਰਾਂ ਨੇ ਜਦੋਂ ਪਿਆਰਿਆਂ ਦੀ ਰਚਨਾ ਕੀਤੀ ਤੇ ਸਤਿਗੁਰੂ ਦਿੱਲੀ ਤੋਂ ਦਇਆ ਪੈਦਾ ਕਰਦੇ ਨੇ। 10ਵੇਂ ਜਾਮੇ ਚ ਦਇਆ ਸਿੰਘ ਦਿੱਲੀ ਦੇ ਰਹਿਣ ਵਾਲਾ ਸੀ। ਸਤਿਗੁਰਾਂ ਨੇ ਵਾਪਰਨਾ ਧਰਮ ਸਿੰਘ, ਧਰਮ ਨੂੰ ਸਤਿਗੁਰਾਂ ਨੇ ਦਿੱਲੀ ਤੋਂ ਪੈਦਾ ਕੀਤਾ, ਤੇ ਉਹ ਦਾਤਾ ਇੱਥੇ ਧਰਮ ਦੀ ਜੜ ਲਾਉਣ ਵਾਸਤੇ, ਧਰਮ ਨੂੰ ਫੈਲਾਉਣ ਵਾਸਤੇ ਆਪਣੇ ਤਨ ਦੇ ਖੂਨ ਦੇ ਕਤਰੇ ਰੋਕਦਾ ਹੈ। ਜਦੋਂ ਸਤਿਗੁਰੂ ਨਾਮ ਨੇ ਐਲਾਨ ਕਰ ਦਿੱਤਾ ਗਿਆ ਵੀ ਇਹਨਾਂ ਨੂੰ ਹੋਰ ਡਰਾਉਣ ਵਾਸਤੇ ਪਹਿਲਾਂ ਇਹਨਾਂ ਦੇ ਸਿੱਖਾਂ ਨੂੰ ਇਸ ਦੀਨ ਵਿੱਚ ਲਿਆਂਦਾ ਜਾਏ। ਸਿੱਖਾਂ ਨੂੰ ਪੁੱਛਿਆ ਗਿਆ, ਭਾਈ ਮਤੀ ਦਾਸ ਤੋਂ, ਭਾਈ ਸਤੀ ਦਾਸ ਜੀ ਤੋਂ, ਭਾਈ ਗਿਆਲਾ ਜੀ ਤੋਂ, ਪਰ ਇਹਨਾਂ ਤਿੰਨਾਂ ਨੇ ਦੋ ਟੁਕ ਜਵਾਬ ਦਿੱਤਾ
कि साडा तन अपने गुरु तो कुर्बान होएगा, तुहाडा दीन असीं नहीं मन्नांगे। कोई सानू लालच नहीं, कोई सानू जिंद की परवाह नहीं। फिर तिन्हां नूं जिवें शहीद किया गया, वो आप सारे जानते हो, भाई मती दास जी नूं आले नाल चीनिया गया। इन्हां दी इक्को ही शर्त सी कि साडा मुख जिहड़ा साडे गुरु वाल होवे। ते इतिहासकार लिखदे ने कि तन आले नाल चीनिया गया ते आले नाल दो फट हो के जदों धरती ते खून डुलदा है, तन डिगदा है, खड़ाक आउंदा है, पर उस खड़ाक दे विचों एक मिठी आवाज सी पाक जपजी साहिब जी दी बाणी दी। जिन्ना चिर भाई मती दास जी ने श्लोक नहीं पढ़िया, पवन गुरु पाणी पिता माता तरत महत, दिवस रात मोए दाई गाया, खिल है सगल जगत, चंगियाइयां बुराइयां वाजै धर्म हदूर, करनी आपो अपनी के नेड़े के दूर, जिनी राम ध्याया गए मशक्कत काल, नानक ते मुख उदने केती छुट्टी नाल। उन्हां चिर उन्हां दी आवाज बंद नहीं, दो आवाज़ां आईयां जपजी दीयां, दोवां फट्टां दे विचों। फिर भाई दयाला जी की वारी आई। भाई दयाला जी ने उस देव नूं नमस्कार कीती ते अरदास कीती, सतगुरु अर्जन देव साहिब जी नूं चेते कीता कि पंजवें जामे विच तुसीं उबाले खाधे सन, अज तुहाडे सिखां दी वारी आई है, अपने सिख नूं समर्था देनी, तुहाडा नौवां स्वरूप मेरे सन्मुख है। सतगुरु दया करनी कि मैं उबाले खा के अपनी मझ विच अपने दीन विच पक्का रहां, मेरा तन मेरे गुरु तो हसदियां कुर्बान हो जाए। ते उबलदी देग विच हुण उबाले दिते जाण, थोड़ा जिहा गर्म पानी विच हत्थ लग जाए तो साडा सारा तन कंब उठदा है, पर इत्थे बड़ी तेज अग बाल के उबाले दिते गए, देग उबलती गई। भाई दयाला जी उस बालक के गुणां नूं गांदियां गांदियां ओहदे विच समा जांदे ने। बालक सामने बैठा है, सतगुरां दे सामने बैठिया बैठिया उन्हां दी जोत उस परमेश्वर दे विच लीन हो जाती है। तीजे दी वारी आई, उन्होंने फिर जलादा ने आख्या कि अजे भी वक्त है, अजे भी समय है, तेरी जिंद बच सकती, तू अपने गुरु तो की लेना है। उन्हें आख्या मेरा गुरु ही मेरे वास्ते सारा कुछ है। मेरे भरावां नूं तुसीं शहीदी जाम भुला दिता, मैं ते इस गल को नाराज हां कि मैनूं लेट क्यों कर रहे हो, मेरी तीजी वारी क्यों मैनूं तुसीं पहलों कर दे ते वधिया गल सी। ਉਹਦੇ ਸਾਹਮਣੇ बहुत सारा रूह रखिया होया सी, कहण लगे इस रूह दे विच आके मैथों तुहानूं रूह दे विच लपेटिया जाना है ते जिउंदे जी। हुण किसी जिउंदे मनुख नूं रूह दे विच लपेट के आखो कि तैनूं अगन भेट कीता जाना है, ते दुनिया का कोई व्यक्ति नहीं कि जिहड़ा उस अग दीयां लपटां विच आउण लई तैयार होंदी। अग ते किसी कमरे नूं लगे, दूर लगे ते लोग भज उठदे ने कि साडे वाले पासे ना आ जाए, पर इत्थे रूह विच लपेटदे गए। भाई सतीदास उस तरह जपजी की पाक बाणी का जाप करते रहे। आखिर रूह विच लपेट के सतगुरां दे नेत्रां दे सामने उन्हां दे तीजे सिख नूं अगन भेट कीता गया। अग दीयां लपटां दे विच जपजी की पाक बाणी पढ़दियां पढ़दियां श्लोक पढ़ के भाई सतीदास भी उस तरह सतगुरां दे विच समा के लीन हो गए। धन श्री गुरु तेग बहादुर साहब जी ने अपने तिन्ना सिखां दी शहीदी नूं तकदे उस अकाल पुरख दे सन्मुख नमस्कार कीती। अज दी एक दिन पहलों ये समा जिहड़ा सी समाप्त होया ते उस शाम नूं सारे पासे दिल्ली दे विच आवाज़ दित्ती गई कि कल नूं दोपहर के समय सिखां दे नौवें गुरु धन श्री गुरु तेग बहादुर साहब जी का शीश धड़ तो अलग किया जाना दिल्ली की चांदनी चौक में। उन्होंने धड़ के टुकड़े टुकड़े करके 4 हिस्से करके दिल्ली के 4 दरवाजियां ते टंगे जाएंगे। धन श्री गुरु तेग बहादुर साहब जी के नाल गए ये 2 सिख, भाई उदय जी, भाई गुरदित्ता जी, ये थे सतगुरां दा सेवक रहिंदा भाई डलूआ, ਉਹਦੇ घर ठहरे हुए हैं, जिहदा पुत्र सी भाई नगाईया, जिहड़ा सतगुरां प्रति बड़ी श्रद्धा रखदा है, ਇਹਦੇ अंदर बड़ा प्यार है। प्रिंसीपल सुखबीर सिंह जी ने एक वखरा साका इहदे तहत बयान किया है कि जदों अगले दिन धन श्री गुरु तेग बहादुर साहब जी की शहीदी हुई, दिल्ली की चांदनी चौक में बड़ा वड्डा हजारां लोगों का इकट्ठ होया। उस तो एक दिन पहलों
सतगुरां दे कुछ सिख व्यापारियों ने अपनी इकत्रता करके उथों दे काजी उन जात महात अली 1 करोड़ रुपया दे के सतगुरां नूं छुड़वाउण वास्ते पेशकश की। समय की सरकार नूं असीं अपने वालों 1 करोड़ रुपया देण वास्ते तैयार हां। प्रिंसीपल सतबीर की लिखत विच लिखिआ कि जे वो सतगुरां नूं छड्ड देण, पर उन्हां कर गया भी इस तरह नहीं हो सकता। ये हाकम बड़ा जलाद है कि जे मैं तुहाडी सिफारिश लैके गया तो मेरी जान नूं भी खतरा हो सकता है। उन्हें जवाब दे दिता। ये दोनों सतगुरां दे सिख भाई उदय जी, भाई गुरदित्ता जी, ये अपनी विਉਂਤਬੰਦੀ विच हन। इन्हां ने नाल भाई नलवे नूं लाया, नगाईए नूं लाया कि सतगुरां दे शरीर की संभाल की जाए। भाई जैते नूं जदों पता लगता है, वो पिता अपने पिता आग्याराम नूं कहंदा है कि पिता जी असीं सतगुरां दे शीश नूं रोल नहीं देना, असीं गुरु तेग बहादुर साहब जी दे सिख हां। प्रिंसीपल सतबीर सिंह ने यह बयान किया कि भाई जैता जी के पिता भाई आग्याराम ने गल आखी कि जे तू शीश चुकना है तो चुकण तो पहलों विਉਂਤਬੰਦੀ बना, शीश की थां शीश रखना भी पेगा। उन्होंने साफ लिखिया कि उन्हें अपने पिता आग्याराम का शीश कट के उस स्थान से टकाया भी सी, रखिया भी सी। इस समय की सरकार नूं सत श्री अकाल ते यह इच्छा आग्याराम ने आप प्रगट की कि तू मेरा शीश कट के उत्थे रख ते गुरु साहिबान का शीश लैके तू उन्हां दे पुत्र गोबिंद राय कोल जा। ये विਉਂਤਬੰਦੀ पहलों कर लगी सी। नाल सहायता की उस अकाल परमात्मा ने जदों अज के दिन दिल्ली की चांदनी चौक विखे दोपहर के समय जलाल जिहड़ा इतिहासकार कहंदे जलाल उल दीन सिंह जिहड़े सतगुरां दा शीश धड़ तो अलग किया गया, उहदी ड्यूटी लाई गई। हजारों लोगों के सामने अपनी तलवार चलाता है। धन श्री गुरु साहब तेग बहादुर साहब जी का शीश जिहड़ा है वो धड़ तो अलग करता है। सतगुरां दे खून के छिट्टे समय के हाकमां ते पैंदे ने, धरती ते डुलदे हन। उसे समय इतिहास कहता है बड़ी वड्डी हनेरी आई, बड़ा वड्डा झक्खड़ आया। जिस हनेरी झक्खड़ नूं प्रतीक मंनदिआं सतगुरां कहा ठीकर फोर ददीस सिर परपुर किया प्यान, तेग बहादुर सीख रिया करी न किन्हू आन। तेग बहादुर के चलत भयो जगत को शोक, है सब जग भयो जय 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 सुरलोक। देवलोक दे विच ਇਹ जय जयकारां तां होईयां कि अज भी संसार ते कोई है जिहड़ा अपनी इस धरती नूं, धरती दे लोकां नूं बचाउण वास्ते धर्म दे नां ते अपनी जिंद नूं नशावर कर सकदा है। लोकां दी इज्जत पत उन्हां दे धर्म दी रखिया वास्ते। उस हनेरी झक्खड़ दे विच भाई जट्टे ने अपने पिता का शीश उत्थे टका के, क्योंकि समय की सरकार का सारे थावां ते बोल बलदा सी, जो शीश का भुलेखा ना पैंदा ते फड़े जा सकते सन। भाई जैता जी अपने पिता का शीश उत्थे रख के सतगुरां दे शीश नूं चुकदे ने, क्योंकि हाकम जिहड़ा वो बेकदरी करना चाहता है। उन्हां दे नाल उन्हां दे साथी 2 सिख सन। उन्हां सिखां नूं नाल लैके भाई जैता जी शीश चुकदे ने ते सतगुरु गोबिंद सिंह साहब जी दे कोल वो शीश लैके जाते हैं। दिल्ली की धरती तो तरावड़ी शहर है, उत्थे उन्हां कुछ टिकाणा कीता। जिथे जिथे भी उन्हां टिकाणे कीते उत्थे उत्थे सतगुरां दे नाम ते अज भी गुरुद्वारा शीशगंज साहिब सुभाईमान हैं। जिथे सतगुरां दा शीश धड़ तो अलग किया गया, वो पाकिस्तान भी शीशगंज के नाम सिख संगतां अज भी हजारां की तादाद में उत्थे नतमस्तक हुंदियां ने। फिर धड़ इको वरदारा सिंह शाह सी जिहड़ा अपने घर नूं अग ला के सतगुरां दे धड़ दा संस्कार करता है। लखी शाह वरदारा इन्हें अपने नाल उस भाई ननवे नूं लिया। उन्हां भाई ननवे दे नाल उन्हां दा पुत्र नगाईया। इन्हां विਉਂਤਬੰਦੀ बनाई कि समय की सरकार के कोल गड्डियां दे राहीं चूना भेजते सन या होर पदार्थ वस्तुआं भेजा कर। बड़ा बड़ा व्यापारी सी लखी शाह। इस व्यापारी ने अपने गड्डियां दे राहीं
उस समय 1000 कन्या का जिक्र किया, एक लंबी लैन बना के उस पासे चांदे पा दिते जिथे सतगुरां नूं शहीद किया गया सी। डेरी झक्कड़ दे विच उन्हां सतगुरां दा धड़ चुकिया ते जिथे अजकल गुरुद्वारा बंगला साहिब सुभाईमान है, ਉਹਦੇ ਨਾਲ ही गुरु घर सतगुरां दे नाम ते जिथे सतगुरां दे धड़ दा संस्कार किया गया, अपने पिंड नूं इन्हां अग ला दित्ती सी। अपना सारा पिंड जिहड़ा सी, जिहड़ा इहदे नाम ते वसिया होया सी, उस पिंड नूं अग ला के इहने लखी शाह बंडारे ने सतगुरां दे धड़ दा संस्कार किया। एक वो शाह सी जिहदा सतगुरु बेड़ा बन्ने करदे ने ते वो मक्खण शाह दवाना कहंदा कि गुरु लाडो दे वो सतगुरां नूं प्रगट करदा है। पर इत्थे जदों सतगुरां दे धड़ रुलण दी गल आउंदी है कि एक व्यापारी अपना सारा धन दौलत, अपना नगर, अपना घर बरता के ला के उन्होंने अगन भेंट करके गुरुद्वारा रकाबगंज साहिब विखे सतगुरां दे धड़ दा संस्कार किया जाता है। ऐसे महान सच्चे सतगुरां दा असीं शहीदी दिहाड़ा मना रहे हैं, जिन्हां ने अपने इस तन नूं कौम दे लेखे ला के वो गल अपनी प्रतीक बना दी। जदों अपने भरा दे विआह समय अपना सोहना चोला, अपने सोहने वस्त्र किसी को दान करके आ गए ते माता ने जदों टोकिया कि हुण ते बरात का समा हो गया ते वस्त्र उन्हें आख्या सी मेरे वास्ते ते लखा ने, पर दूजिया लगना ते तन ढकना ये साडे गुरु घर का असूल है। मैं तो होर वस्त्र पा के भी बरात च जा सकना, विआह देख सकना। उस तो उन्होंने पत ढकन वाला क्या करना सी, पर अज समुचे संसार की इज्जत पत हिंद की चादर बन के उन्होंने रखी। सतगुरु साडे ते रहम करन, उन्हां इस धरती ते चरण पाए ने, सानू उन्हां वल्लों दसे नक्शे कदमां ते चलण दी जाच आए। साडे हर घर विच हर बच्चा नितनेमी होवे, गुरु प्रेमी होवे, सानू सारियां सतगुरु अमृत वेले दीआं दातां बख्शिश करके नवाजण। ये सतगुरां दी सानू अरदास है, बेनती है, दोदड़ी है। होइयां भुलां चुकां तो खिमा गुरु ते संगत बख्शन होगा बख्श लेना जी। प्रेम सहित फतेह बुलाओ। वाहिगुरु जी का खालसा, वाहिगुरु जी की फतेह।